ਤੁਸੀਂ ਦੇਖੋ ਸੰਘਰਸ਼ ਜਿਹੜਾ ਹੈ ਉਹ ਕਿਸਾਨੀ ਨੂੰ ਲੈ ਕੇ ਚੱਲ ਰਿਹਾ ਹੈ ਤੇ ਇਹ ਉਦੋਂ ਸ਼ੁਰੂ ਹੋਇਆ ਜਦੋਂ ਮੈਂ ਸਮਝਦਾ ਵੀ ਸਰਕਾਰਾਂ ਦੇ ਵੱਲੋਂ ਇੱਕ ਅੱਤ ਹੋ ਗਈ ਵੀ ਜਦੋਂ ਪਾਣੀ ਸਿਰ ਤੋਂ ਲੰਘ ਜਾਏ ਹਰ ਚੀਜ਼ ਦਾ ਇੱਕ ਸੈਂਟਰ ਹੁੰਦਾ ਹੈ, ਰਾਜ ਦਾ ਵੀ ਇੱਕ ਸੈਂਟਰ ਹੁੰਦਾ ਹੈ। ਜੇ ਉਹਨੂੰ ਸੰਭਾਲ ਕੇ ਨਹੀਂ ਰੱਖ ਸਕਦਾ ਤੇ ਉਹ ਤੁਸੀਂ ਦੇਖੋ ਉਹ ਉਹਦੇ ਨਾਲੋਂ ਵੱਖ ਹੋ ਜਾਂਦਾ, ਟੁੱਟ ਜਾਂਦਾ। ਸੈਂਟਰ ਕੀ ਹੈ? ਸੈਂਟਰ ਤੁਹਾਡੇ ਟੈਕਸ ਸਾਰੇ ਜਿਹੜੇ ਨੇ ਉਹ ਸੈਂਟਰ ਕੋਲ ਚਲੇ ਜਾਂਦੇ ਨੇ। ਸੈਂਟਰ ਦਿੰਦਾ ਕੀ ਹੈ ਬਦਲੇ ਵਿੱਚ? ਸਿਰਫ ਹੁਕਮ ਦਿੰਦਾ ਹੈ, ਉਤੋਂ ਕੋਈ ਸਹੂਲਤਾਂ ਨਹੀਂ ਮਿਲਦੀਆਂ। ਸਿਰਫ ਪੰਜਾਬ ਹੈ ਇੱਕ ਐਸੀ ਸਟੇਟ ਜਿਹੜੀ ਸਭ ਤੋਂ ਵੱਧ ਆਵਾਜ਼ ਬੁਲੰਦ ਕਰਦੀ ਹੈ ਆਪਣੇ ਹੱਕਾਂ ਦੇ ਪ੍ਰਤੀ, ਜਿਹੜੀਆਂ ਸੈਂਟਰ ਦੇ ਨਾਲ ਅਸਹਿਮਤੀ ਰੱਖਦੀਆਂ ਨੇ। ਲੇਕਿਨ ਸਭ ਤੋਂ ਵੱਧ ਜੇ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਤੇ ਸਾਨੂੰ ਇੰਜ ਲੱਗਦਾ ਵੀ ਜਿਵੇਂ ਸਿੱਖ ਜ਼ਿਆਦਾ ਵਿਰੋਧ ਕਰ ਰਿਹਾ ਵੀ ਜ਼ੁਲਮ ਕਰਨਾ ਵੀ ਗੁਨਾਹ ਹੈ ਤੇ ਜ਼ੁਲਮ ਬਰਦਾਸ਼ਤ ਕਰਨਾ ਉਸ ਤੋਂ ਵੀ ਵੱਡਾ ਗੁਨਾਹ ਹੈ। ਇਹ ਨਾ ਦੇਖੋ ਵੀ ਦੀਪ ਸਿੱਧੂ ਅੱਗੇ ਲੱਗੇਗਾ ਤੇ ਅਸੀਂ ਉਹਦੇ ਪਿੱਛੇ ਤੁਰਾਂਗੇ, ਤੁਸੀਂ ਉਹਦੇ ਬਰਾਬਰ ਤੁਰੋ। ਜਿੱਦਾਂ ਇੱਥੇ ਦੀਪ ਸਿੱਧੂ ਨੇ ਕਦਮ ਚੁੱਕਿਆ, ਤੁਹਾਡੇ ਸਾਰਿਆਂ ਦੇ ਵਿੱਚੋਂ ਉਹਦੀ ਜਿਹੜੀ ਵਿਚਾਰਧਾਰਾ ਹੈ ਉਹ ਇੰਪਲੀਮੈਂਟ ਹੋ ਕੇ ਨਜ਼ਰ ਆਉਣੀ ਚਾਹੀਦੀ। ਇਹ ਜਿਹੜਾ ਸੰਘਰਸ਼ ਦਾ ਰਾਹ ਹੈ ਇਹ ਔਖਾ ਤੇ ਹੁੰਦਾ ਹੈ, ਪਰ ਇਹਦੇ ਨਾਲ ਇਤਿਹਾਸ ਜਿਹੜੇ ਨੇ ਉਹ ਸਿਰਜੇ ਜਾਂਦੇ ਨੇ। ਇਤਿਹਾਸ ਸੰਘਰਸ਼ ਦੇ ਵਿੱਚੋਂ ਹੀ ਨਿਕਲਦਾ ਹੈ। ਜਿਹੜਾ ਅਸੀਂ ਅੱਜ ਆਪਣਾ ਮਾਣਮੱਤਾ ਇਤਿਹਾਸ ਦੇਖਦੇ ਹਾਂ ਉਹ ਸੰਘਰਸ਼ ਦੇ ਵਿੱਚੋਂ ਹੀ ਨਿਕਲਿਆ ਹੋਇਆ ਹੈ। ਜਿੱਦਣ ਦਾ ਇਹ ਸ਼ੰਭੂ ਮੋਰਚਾ ਚੱਲ ਰਿਹਾ ਹੈ, ਸੋਸ਼ਲ ਮੀਡੀਆ ਦੇ ਰਾਹੀਂ, ਟੀਵੀ ਚੈਨਲਾਂ ਦੇ ਰਾਹੀਂ ਅਸੀਂ ਸਾਰੇ ਹੀ ਇਹਨੂੰ ਦੇਖ ਰਹੇ ਸੀ ਵੀ ਜਿਹੜਾ ਵੀ ਇੱਥੋਂ ਬੁਲਾਰੇ ਬੋਲ ਰਹੇ ਨੇ, ਜੋ ਵੀ ਦੀਪ ਸਿੱਧੂ ਨੇ ਇਹ ਇੱਥੇ ਕਦਮ ਚੁੱਕਿਆ ਆ ਕੇ ਬੈਠੇ ਨੇ, ਤੇ ਮੈਂ ਸਮਝਦਾ ਬਈ ਇਹ ਜੋ ਕੁਝ ਵੀ ਕਾਰਜ ਹੁੰਦਾ ਹੈ ਇਹਦੇ 'ਚ ਕਿਤੇ ਨਾ ਕਿਤੇ ਕੁਦਰਤੀ ਸ਼ਕਤੀਆਂ ਕੰਮ ਕਰਦੀਆਂ ਨੇ। ਮੇਰਾ ਇੱਥੇ ਆਉਣ ਦਾ ਮਕਸਦ, ਮੈਂ ਪਹਿਲਾਂ ਆਪ ਜੀ ਨੂੰ ਆਪਣੇ ਬਾਰੇ ਥੋੜ੍ਹਾ ਜਿਹਾ ਦੱਸ ਦਿਆਂ। ਮੇਰਾ ਨਾਮ ਗਿਆਨੀ ਤੇਜਪਾਲ ਸਿੰਘ, ਕੁਰੂਕਸ਼ੇਤਰ ਦਾ ਰਹਿਣ ਵਾਲਾ, ਕਿਸਾਨ ਦਾ ਪੁੱਤਰ ਹਾਂ। ਅਤੇ ਇਸ ਕਰਕੇ ਮੇਰੇ ਮਨ ਵਿੱਚ ਆਇਆ ਵੀ ਮੈਂ ਇੱਥੇ ਆਪਣੀ ਹਾਜ਼ਰੀ ਦਰਜ ਕਰਾਵਾਂ, ਆਪਣੀ ਸਹਿਮਤੀ ਦਰਜ ਕਰਾਵਾਂ, ਕਿਉਂਕਿ ਜਦੋਂ ਵੀ ਦੀਪ ਸਿੱਧੂ ਨੂੰ ਮੈਂ ਬੋਲਦੇ ਹੋਏ ਸੁਣਦਾ ਤੇ ਮੈਨੂੰ ਲੱਗਦਾ ਵੀ ਉਹਦੇ ਵਿੱਚੋਂ ਮੇਰੀ ਜਿਹੜੀ ਵਿਚਾਰ ਹੈ ਉਹ ਬੋਲਦੀ ਹੈ। ਬਹੁਤਿਆਂ ਨੂੰ ਇਸ ਤਰ੍ਹਾਂ ਲੱਗਦਾ ਹੋਵੇਗਾ ਵੀ ਜਿਵੇਂ ਉਹ ਸਾਡੀ ਗੱਲ ਕਰ ਰਿਹਾ, ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸਮਾਜ ਨੂੰ ਉਹ ਗੱਲ ਉਹ ਦੀਪ ਸਿੱਧੂ ਦੇ ਰਾਹੀਂ ਨਿਕਲ ਰਹੀ ਹੈ। ਸੋ ਪੇਸ਼ੇ ਤੋਂ ਮੈਂ ਇੱਕ ਪ੍ਰਚਾਰਕ ਹਾਂ। ਮੰਜੀ ਸਾਹਿਬ, ਬੰਗਲਾ ਸਾਹਿਬ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਨੂੰ ਹਾਜ਼ਰੀ ਭਰਨ ਦਾ ਮੌਕਾ ਮਿਲਦਾ ਗੁਰਮਤਿ ਦੀਆਂ ਸਟੇਜਾਂ ਦੇ ਉੱਤੇ, ਅਤੇ ਕਈ ਮੇਰੇ ਸੱਜਣ ਮੈਨੂੰ ਇਹ ਗੱਲ ਕਹਿ ਦਿੰਦੇ ਨੇ ਵੀ ਤੁਸੀਂ ਪ੍ਰਚਾਰਕ ਹੋ, ਤੁਹਾਨੂੰ ਥੋੜ੍ਹਾ ਜਿਹਾ ਗੁਰੇਜ਼ ਕਰਨਾ ਚਾਹੀਦਾ। ਅਤੇ ਮੈਂ ਕਹਿੰਦਾ ਵੀ ਜਿਹੜਾ ਗੁਰਮਤਿ ਦਾ ਸਿਧਾਂਤ ਹੈ ਉਹ ਮੀਰੀ ਅਤੇ ਪੀਰੀ ਦਾ ਸਿਧਾਂਤ ਹੈ, ਅਤੇ ਸਾਨੂੰ ਸਿਰਫ ਖੀਰ ਅਤੇ ਕੜਾਹ ਖਾਣ ਵੱਲ ਨਹੀਂ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜਿਹੜਾ ਪ੍ਰਚਾਰਕ ਹੈ ਉਹ ਸੰਤ ਵੀ ਅਤੇ ਸਿਪਾਹੀ ਵੀ ਹੋਣਾ ਚਾਹੀਦਾ। ਜਦੋਂ ਤੱਕ ਇੱਕ ਪ੍ਰਚਾਰਕ ਸੰਤ ਅਤੇ ਸਿਪਾਹੀ ਨਹੀਂ ਨਾ ਹੁੰਦਾ ਉਦੋਂ ਤੱਕ ਕੌਮਾਂ ਜਾਗਦੀਆਂ ਨਹੀਂ, ਜਾਗਰਤੀ ਨਹੀਂ ਆਉਂਦੀ। ਅਤੇ ਜ਼ਿਆਦਾਤਰ ਸਾਡੇ ਕੌਮ ਦੇ ਵਿੱਚ ਇਹ ਵੀ ਹੁੰਦਾ ਵੀ ਜਦੋਂ ਤੱਕ ਬੰਦਾ ਕੇਸਾ ਧਾਰੀ ਨਹੀਂ, ਅੰਮ੍ਰਿਤ ਧਾਰੀ ਨਹੀਂ, ਉਹ ਕੌਮ ਦੀ ਗੱਲ ਨਹੀਂ ਕਰ ਸਕਦਾ। ਸਾਡੇ ਬਹੁਤੇ ਸਮਾਜ ਦੇ ਵਿੱਚ ਇਹ ਵੀ ਇੱਕ ਵਿਚਾਰਧਾਰਾ ਹੁੰਦੀ ਹੈ ਵੀ ਜੋ ਨੇ ਅੰਮ੍ਰਿਤ ਛਕਿਆ ਹੈ ਅਤੇ ਉਹੀ ਮਤਲਬ ਇੱਕ ਸੱਚਾ ਸਿੱਖ ਹੋ ਸਕਦਾ ਹੈ। ਦਿੱਖ ਇੱਕ ਬਹੁਤ ਵੱਡੀ ਚੀਜ਼ ਹੈ, ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਲੇਕਿਨ ਜਿਵੇਂ ਮੈਂ ਦੇਖਦਾ ਜਿੰਨੇ ਵੀ ਸਾਡੇ ਨੌਜਵਾਨ ਵੀਰ ਜਿਹੜੇ ਇੱਥੇ ਆਏ ਨੇ, ਜਿਨ੍ਹਾਂ ਦੇ ਅੰਦਰ ਗੁਰਮਤਿ ਦਾ, ਸਿੱਖੀ ਦਾ ਜਜ਼ਬਾ ਹੈ, ਚਲੋ ਇਹ ਭਾਗਾਂ ਦਾ ਵਿਸ਼ਾ ਹੁੰਦਾ ਹੈ ਵੀ ਸਾਨੂੰ ਸਿੱਖੀ ਸਰੂਪ ਦਾ ਪ੍ਰਾਪਤ ਹੋਣਾ, ਸਿੱਖੀ ਜਜ਼ਬਾ ਪ੍ਰਾਪਤ ਹੋਣਾ, ਇਹ ਵੀ ਇੱਕ ਬਹੁਤ ਵੱਡੇ ਭਾਗਾਂ ਦਾ ਵਿਸ਼ਾ ਹੈ। ਹਿਰਦੇ ਵਿੱਚ ਸਿੱਖੀ ਜਜ਼ਬਾਤ ਹੋਣੇ ਬਹੁਤ ਵੱਡੀ ਗੱਲ ਹੈ, ਪਰ ਕਈ ਵਾਰੀ ਅਸੀਂ ਉਹਨਾਂ ਜਜ਼ਬਾਤਾਂ ਨੂੰ ਥਾਂ ਨਹੀਂ ਦੇ ਸਕਦੇ, ਕਿਉਂਕਿ ਸਾਨੂੰ ਲੱਗਦਾ ਵੀ ਇਹ ਜਿਹੜੇ ਜਜ਼ਬਾਤ ਨੇ ਇਹ ਸਹੀ ਸਰੀਰ ਦੇ ਵਿੱਚੋਂ ਨਹੀਂ ਨਿਕਲ ਰਹੇ, ਸ਼ੱਕ ਦੇ ਦਾਇਰੇ ਦੇ ਵਿੱਚ ਅਸੀਂ ਦੇਖਦੇ ਹਾਂ। ਵੀ ਜਿਵੇਂ ਹੁਣ ਬਹੁਤ ਸਾਰੇ ਅੱਜ ਵੀ ਤੁਸੀਂ ਦੇਖਦੇ ਹੋਵੋਗੇ ਵੀ ਜਿਵੇਂ ਦੀਪ ਸਿੱਧੂ ਦੇ ਬਾਰੇ ਵੀ ਕਈ, ਮੈਂ ਸਮਝਦਾ ਵੀ ਦੀਪ ਸਿੱਧੂ ਵਰਗਾ ਨੌਜਵਾਨ ਜਿਹੜਾ ਬੜਾ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਸੀ, ਇੱਕ ਆਰਾਮਦਾਇਕ ਜ਼ਿੰਦਗੀ, ਤੋਂ ਇੱਥੇ ਆ ਕੇ ਗਰਮੀ ਦੇ ਵਿੱਚ ਬੈਠਾ ਹੈ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਉਹਨੇ ਇੱਥੇ ਸਟੈਪ ਲਿਆ ਹੋਇਆ ਹੈ। ਅਤੇ ਆਪਣੇ ਆਪ ਦੇ ਵਿੱਚ ਹੀ ਇਹ ਕਿਤੇ ਨਾ ਕਿਤੇ ਮਤਲਬ ਉਸ ਕੁਦਰਤ ਵੱਲੋਂ ਜਿਹੜਾ ਤੁਹਾਡੇ ਅੰਦਰ ਇੱਕ ਸੱਚਾਈ ਦਾ ਬੀਜ ਹੁੰਦਾ ਨਾ, ਹਰ ਮਨੁੱਖ ਦੇ ਅੰਦਰ ਹੁੰਦਾ। ਮਾੜੇ ਤੋਂ ਮਾੜੇ ਮਨੁੱਖ ਦੇ ਅੰਦਰ ਵੀ ਜਦੋਂ ਕੋਈ ਮਾੜਾ ਕਰਮ ਕਰਦਾ ਨਾ
ਤੇ ਉਹਨੂੰ ਅੰਦਰੋਂ ਆਵਾਜ਼ ਆਉਂਦੀ, ਉਹਦਾ ਦਿਲ ਉਹਨੂੰ ਰੋਕਦਾ। ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤੇ ਤੁਹਾਡਾ ਮਨ ਤੁਹਾਨੂੰ ਐਪਰੀਸ਼ੀਏਟ ਕਰਦਾ। ਇਹ ਸਾਡੇ ਅੰਦਰ ਦੋਵੇਂ ਧਿਰਾਂ ਹੁੰਦੀਆਂ ਨੇ, ਚੰਗੀਆਂ ਤੇ ਮਾੜੀਆਂ। ਸੋ ਇਸ ਕਰਕੇ ਜੋ ਵੀ ਕਦਮ ਇਹ ਚੁੱਕਿਆ, ਮੈਂ ਦੇਖਦਾ ਵੀ ਅੱਜ ਵੀ ਸਵੇਰੇ ਇੱਥੇ ਕਾਫੀ ਸਾਡੇ ਵੀਰ ਬੋਲ ਕੇ ਗਏ। ਕੱਲ੍ਹ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜਸਬੀਰ ਸਿੰਘ ਜੀ ਰੋਡੇ ਆਏ ਹੋਏ ਸੀ, ਉਹਨਾਂ ਦੇ ਨਾਲ ਕਿਸਾਨ ਯੂਨੀਅਨ ਦੇ ਕੁਝ ਨੁਮਾਇੰਦੇ ਸੀ ਜਿਹੜੇ ਅੱਜ ਦਿੱਲੀ ਗਏ ਨੇ, ਤੇ ਉਹਦੇ ਵਿੱਚੋਂ 2 ਗੁਰਮੁਖ ਸਾਡੇ ਰਾਤ ਮੇਰੇ ਕੋਲ ਠਹਿਰੇ ਹੋਏ ਸੀ ਉੱਥੇ, ਉਹਨਾਂ ਨਾਲ ਵੀ ਕਾਫੀ ਵਿਚਾਰ ਹੋਏ ਮੇਰੇ। ਤਾਂ ਮੈਂ ਵਿਚਾਰ ਕੀਤਾ ਵੀ ਅੱਜ ਸਵੇਰੇ ਜਾ ਕੇ ਸੰਗਤ ਦੇ ਦਰਸ਼ਨ ਕਰਕੇ ਆਈਏ, ਕਿਉਂਕਿ ਰੁਝੇਵੇਂ ਤਾਂ ਇਸੇ ਤਰ੍ਹਾਂ ਹੀ ਰਹਿੰਦੇ ਨੇ। ਹਰ ਕਿਸੇ ਨੂੰ ਕੋਈ ਨਾ ਕੋਈ ਕੰਮ ਹੁੰਦਾ, ਹਰ ਕਿਸੇ ਨੂੰ ਕੋਈ ਨਾ ਕੋਈ ਦੁੱਖ ਤਕਲੀਫ ਹੈ, ਕੋਈ ਕਿਸੇ ਤਰੀਕੇ ਦੇ ਨਾਲ। ਸ਼ਾਇਦ ਇੱਥੇ ਬਹੁਤ ਸਾਰੇ ਮੇਰੇ ਵਰਗੇ ਹੋਣਗੇ ਜਿਹੜੇ ਪਹੁੰਚਣਾ ਚਾਹੁੰਦੇ ਨੇ, ਪਰ ਆਪਣੇ ਰੁਝੇਵਿਆਂ ਕਰਕੇ ਨਹੀਂ ਪਹੁੰਚ ਪਾਉਂਦੇ। ਤੇ ਉਹਨਾਂ ਨੂੰ ਵੀ ਮੈਂ ਗੁਜ਼ਾਰਿਸ਼ ਕਰਾਂਗਾ ਵੀ ਸਮਾਂ ਕੱਢ ਕੇ ਜ਼ਰੂਰ, ਇਹ ਮੋਰਚਾ ਸਿਰਫ ਇਕੱਲੇ ਪੰਜਾਬ ਦਾ ਨਹੀਂ, ਇਹ ਪੰਜਾਬ ਤੇ ਹਰਿਆਣਾ ਤੇ ਹਿਮਾਚਲ, ਖਾਸ ਕਰ ਇਹਨਾਂ 3 ਸਟੇਟਾਂ ਦਾ, ਕਿਉਂਕਿ ਇਹ ਤਿੰਨੇ ਪੰਜਾਬ ਹੀ ਨੇ, ਇਹ ਪੰਜਾਬ ਦਾ ਹੀ ਹਿੱਸਾ ਸਨ, ਇਹ ਪੰਜਾਬ ਹੀ ਹੈ। ਸੋ ਪੰਜਾਬ ਦੇ, ਹਰਿਆਣਾ ਦੇ, ਹਿਮਾਚਲ ਦੇ ਜਿੰਨੇ ਵੀ, ਤੇ ਸਿਰਫ ਸਿੱਖ ਨਹੀਂ, ਜਿਹੜਾ ਮਜ਼ਦੂਰ ਭਾਈਚਾਰਾ ਹੈ, ਜਿਹੜਾ ਖੇਤੀਹਰ ਮਜ਼ਦੂਰ ਹੈ, ਜਾਂ ਜਿਹੜਾ ਕਿਸਾਨ ਹੈ, ਉਹ ਕਿਸੇ ਵੀ ਕਮਿਊਨਿਟੀ ਦਾ ਹੋਵੇ, ਕਿਸੇ ਵੀ ਸਮਾਜ ਦਾ ਹੋਵੇ, ਉਹਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਇਹ ਸਹੀ ਪਲੇਟਫਾਰਮ ਹੈ। ਪੰਜਾਬ ਦੇ ਵਿੱਚ ਹੋਰ ਵੀ ਥਾਂ ਥਾਂ 'ਤੇ ਤੁਸੀਂ ਦੇਖੋ ਸੰਘਰਸ਼ ਜਿਹੜਾ ਹੈ ਉਹ ਕਿਸਾਨੀ ਨੂੰ ਲੈ ਕੇ ਚੱਲ ਰਿਹਾ, ਤੇ ਇਹ ਉਦੋਂ ਸ਼ੁਰੂ ਹੋਇਆ ਜਦੋਂ ਮੈਂ ਸਮਝਦਾ ਵੀ ਸਰਕਾਰਾਂ ਦੇ ਵੱਲੋਂ ਇੱਕ ਅੱਤ ਹੋ ਗਈ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਨਾ, ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਵੀ ਜਦੋਂ ਪਾਣੀ ਸਿਰ ਤੋਂ ਲੰਘ ਜਾਏ, ਜਦੋਂ ਕੋਈ ਹੋਰ ਹਿੱਲਾ ਨਾ ਬਚੇ। ਤੇ ਮੈਂ ਸਮਝਦਾ ਵੀ ਅਗਰ ਇਸ ਮੌਕੇ ਵੀ ਸਿੱਖ ਸਮਾਜ ਤੇ ਕਿਸਾਨ ਜਥੇਬੰਦੀਆਂ ਤੇ ਆਮ ਜਿਹੜਾ ਜਨ ਹੈ, ਅਗਰ ਉਹ ਜਾਗਰਤ ਨਾ ਹੋਇਆ, ਉਹਨੇ ਆਪਣੇ ਜ਼ਮੀਰ ਦੀ ਆਵਾਜ਼ ਨਾ ਸੁਣੀ, ਤੇ ਬਹੁਤ ਦੇਰ ਹੋ ਜਾਏਗੀ, ਬਹੁਤ ਦੇਰ ਹੋ ਜਾਏਗੀ। ਕਿਉਂਕਿ ਜਿਹੜਾ ਸੈਂਟਰ ਹੈ, ਜਿਹਨੂੰ ਅਸੀਂ ਕਹਿੰਦੇ ਤੇ ਸੈਂਟਰ ਆ, ਸੈਂਟਰ ਕੀ ਹੁੰਦਾ? ਧੁਰਾ ਹੁੰਦਾ ਇੱਕ, ਜਿਹਦੇ ਆਲੇ ਦੁਆਲੇ ਉਹ ਚੀਜ਼ ਟਿਕੀ ਹੁੰਦੀ ਹੈ। ਹਰ ਚੀਜ਼ ਦਾ ਇੱਕ ਸੈਂਟਰ ਹੁੰਦਾ ਹੈ, ਰਾਜ ਦਾ ਵੀ ਇੱਕ ਸੈਂਟਰ ਹੁੰਦਾ ਹੈ, ਪਰ ਉਸ ਸੈਂਟਰ ਦਾ ਮਤਲਬ ਹੁੰਦਾ ਹੈ ਵੀ ਉਹ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਹਿੱਸਾ ਹੈ ਉਹਨੂੰ ਸੰਭਾਲ ਕੇ ਰੱਖੇ। ਜੇ ਉਹਨੂੰ ਸੰਭਾਲ ਕੇ ਨਹੀਂ ਰੱਖ ਸਕਦਾ ਤੇ ਉਹ ਤੁਸੀਂ ਦੇਖੋ ਉਹ ਉਹਦੇ ਨਾਲੋਂ ਵੱਖ ਹੋ ਜਾਂਦਾ ਹੈ, ਟੁੱਟ ਜਾਂਦਾ ਹੈ। ਸੈਂਟਰ ਕੀ ਹੈ? ਸੈਂਟਰ ਤੁਹਾਡੇ ਟੈਕਸ ਸਾਰੇ ਜਿਹੜੇ ਨੇ ਉਹ ਸੈਂਟਰ ਕੋਲ ਚਲੇ ਜਾਂਦੇ ਨੇ। ਸੈਂਟਰ ਦਿੰਦਾ ਕੀ ਹੈ ਬਦਲੇ ਵਿੱਚ? ਸਿਰਫ ਹੁਕਮ ਦਿੰਦਾ ਹੈ, ਉੱਥੋਂ ਕੋਈ ਸਹੂਲਤਾਂ ਨਹੀਂ ਮਿਲਦੀਆਂ। ਜਿਵੇਂ ਪੰਜਾਬ, ਹਰਿਆਣੇ ਦੀ, ਹਿਮਾਚਲ ਦੀ ਆਪਾਂ ਗੱਲ ਕਰੀਏ, ਤੇ ਬਹੁਤ ਸਾਰਾ ਸਾਡਾ ਸਰਮਾਇਆ ਜਿਹੜਾ ਹੈ ਉਹ ਸੈਂਟਰ ਦੇ ਕੋਲ ਜਾਂਦਾ ਹੈ, ਪੈਸੇ ਦੇ ਰੂਪ ਦੇ ਵਿੱਚ, ਹੋਰ ਕਈ ਤਰੀਕਿਆਂ ਦੇ ਨਾਲ। ਪਰ ਉੱਥੋਂ ਜੋ ਵਾਪਸ ਮਿਲਦਾ ਸਟੇਟਸ ਨੂੰ, ਉਹ ਕੁਛ ਨਹੀਂ ਹੁੰਦਾ, ਨਾ ਮਾਤਰ ਸਿਰਫ ਇੱਕ ਹੁਕਮ ਹੁੰਦੇ ਨੇ, ਕਾਨੂੰਨ ਹੁੰਦੇ ਨੇ ਜਿਹੜੇ ਲਾਗੂ ਕੀਤੇ ਜਾਂਦੇ ਨੇ। ਜਦੋਂ ਆਪਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਹਾਂ, ਤੇ ਅਨੰਦਪੁਰ ਸਾਹਿਬ ਦਾ ਮਤਾ ਤੁਸੀਂ ਜਦੋਂ ਨੌਜਵਾਨਾਂ ਨੇ ਪੜ੍ਹਿਆ, ਨੈੱਟ ਦੇ ਉੱਤੇ ਪਿਆ, ਤੁਸੀਂ ਪੜ੍ਹ ਕੇ ਦੇਖੋ, ਜਿੰਨੇ ਵੀ ਫੈਡਰਲ ਸਟੇਟਸ ਨੇ, ਚਾਹੇ ਅਮਰੀਕਾ ਹੈ, ਚਾਹੇ ਕੈਨੇਡਾ ਹੈ, ਚਾਹੇ UAE ਹੈ, ਚਾਹੇ UK ਹੈ, ਇਹ ਸਾਰੀਆਂ ਯੂਨਾਈਟਿਡ ਸਟੇਟਸ ਨੇ। ਉੱਥੇ ਸਟੇਟਸ ਨੂੰ ਵੱਧ ਪਾਵਰ ਦਿੱਤੀਆਂ ਹੋਈਆਂ ਨੇ ਸੈਂਟਰ ਦੇ ਨਾਲੋਂ। ਆਸਟ੍ਰੇਲੀਆ ਦੀ ਗੱਲ ਕਰ ਲਵੋ, ਇਹਦੇ 'ਚ ਵੱਖੋ ਵੱਖ ਸਟੇਟਸ ਨੇ, ਸਾਊਥ ਸਟੇਟ ਹੈ, ਈਸਟ ਸਟੇਟ ਹੈ। ਜਿਹੜੀ UAE ਹੈ ਉਹ ਵੀ ਇੱਕ ਸਟੇਟਸ ਦਾ ਸਮੂਹ ਹੈ। ਇਸੇ ਤਰ੍ਹਾਂ ਭਾਰਤ ਜਿਹੜਾ ਹੈ, ਭਾਰਤ ਵੀ ਗਣ ਰਾਜਿਆ ਹੈ, ਗਣ ਰਾਜਿਆ ਹੈ, ਬਹੁਤ ਸਾਰੇ ਰਾਜਿਆਂ ਦਾ ਸਮੂਹ ਹੈ। ਲੇਕਿਨ ਹੁਣ ਤੁਸੀਂ ਦੇਖੋ, ਭਾਰਤ ਦੇ ਸਿਰਫ ਪੰਜਾਬ ਹੈ ਇੱਕ ਐਸੀ ਸਟੇਟ ਜਿਹੜੀ ਸਭ ਤੋਂ ਵੱਧ ਆਵਾਜ਼ ਬੁਲੰਦ ਕਰਦੀ ਹੈ ਆਪਣੇ ਹੱਕਾਂ ਦੇ ਪ੍ਰਤੀ। ਆਵਾਜ਼ ਹੋਰਨਾਂ ਸਟੇਟਾਂ 'ਚ ਵੀ ਬੁਲੰਦ ਹੁੰਦੀ ਹੈ ਜਿੱਥੇ ਨਕਸਲਵਾਦ ਦਾ ਦੌਰ ਚੱਲਦਾ ਹੈ, ਉਹ ਇਸੇ ਕਰਕੇ ਕਿਉਂਕਿ ਉੱਥੇ ਵੀ ਉਹਨਾਂ ਲੋਕਾਂ ਨੂੰ ਦਬਾਇਆ ਜਾਂਦਾ, ਉਹਨਾਂ ਦੇ ਹੱਕ ਦਬਾਏ ਜਾਂਦੇ ਨੇ, ਉੱਥੇ ਉਹਨਾਂ ਦੇ ਉੱਤੇ ਵੀ ਜ਼ੁਲਮ ਹੁੰਦੇ ਨੇ। ਇਸੇ ਕਰਕੇ ਬਹੁਤ ਸਾਰੀਆਂ ਸਟੇਟਾਂ ਹੋਰ ਵੀ ਨੇ ਜਿਹੜੀਆਂ ਸੈਂਟਰ ਦੇ ਨਾਲ ਅਸਹਿਮਤੀ ਰੱਖਦੀਆਂ ਨੇ, ਲੇਕਿਨ ਉਹਨਾਂ ਦੇ ਕੋਲ ਉਹ ਜਜ਼ਬਾ ਨਹੀਂ, ਉਹਨਾਂ ਦੇ ਕੋਲ ਉਹ ਹਿੰਮਤ ਨਹੀਂ ਜਿਹੜੀ ਹਿੰਮਤ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਬਖਸ਼ਿਸ਼ ਕੀਤੀ ਹੈ। ਇਹ ਹੁਣ ਇਹਨਾਂ ਜਿਹੜੇ ਇਹ ਬਿੱਲ ਪਾਸ ਹੋਏ ਨੇ ਨਾ, ਇਹਨਾਂ ਦਾ ਅਸਰ ਤੇ ਸਾਰੇ ਭਾਰਤ ਦੇ ਤਬਕੇ ਤੇ ਹੋਣਾ ਹੈ, ਸਾਰੇ ਭਾਰਤ ਦੇ, ਸਿਰਫ ਇਕੱਲੇ ਕਿਸਾਨ ਤੇ ਨਹੀਂ ਹੋਣਾ, ਦੁਕਾਨਦਾਰ ਤੇ ਵੀ ਹੋਣਾ ਹੈ।
ਮਜ਼ਦੂਰ ਤੇ ਵੀ ਹੋਣਾ, ਛੋਟੇ ਬਿਜ਼ਨਸਮੈਨ ਤੇ ਵੀ ਹੋਣਾ, ਆੜਤੀ ਜਿਹੜਾ ਐਸੋਸੀਏਸ਼ਨਸ ਨੇ ਉਹਨਾਂ ਤੇ ਵੀ ਹੋਣਾ। ਲੇਕਿਨ ਸਭ ਤੋਂ ਵੱਧ ਜੇ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਤੇ ਸਾਨੂੰ ਇੰਜ ਲੱਗਦਾ ਵੀ ਜਿਵੇਂ ਸਿੱਖ ਜ਼ਿਆਦਾ ਵਿਰੋਧ ਕਰ ਰਿਹਾ, ਸਿੱਖ ਕਿਸਾਨ ਜ਼ਿਆਦਾ ਵਿਰੋਧ ਕਰ ਰਿਹਾ, ਸਿੱਖ ਸਮਾਜ ਜ਼ਿਆਦਾ ਵਿਰੋਧ ਕਰ ਰਿਹਾ। ਉਹਦਾ ਕਾਰਨ ਸਿਰਫ ਇੱਕੋ ਹੀ ਹੈ ਕਿ ਜਿਹੜੀ ਸਾਨੂੰ ਸਾਡੇ ਸਤਿਗੁਰਾਂ ਨੇ ਸਿੱਖਿਆ ਦਿੱਤੀ ਹੈ, ਜਿਹੜਾ ਸਾਨੂੰ ਉਪਦੇਸ਼ ਦਿੱਤਾ, ਜਿਹੜਾ ਸਾਡੇ ਗੁਰੂ ਘਰਾਂ ਦੇ ਵਿੱਚੋਂ ਸਾਨੂੰ ਆਵਾਜ਼ ਆਉਂਦੀ ਹੈ ਵੀ ਜ਼ੁਲਮ ਕਰਨਾ ਵੀ ਗੁਨਾਹ ਹੈ ਤੇ ਜ਼ੁਲਮ ਬਰਦਾਸ਼ਤ ਕਰਨਾ ਉਸ ਤੋਂ ਵੀ ਵੱਡਾ ਗੁਨਾਹ ਹੈ। ਜ਼ੁਲਮ ਕਰਨਾ ਹੀ ਗੁਨਾਹ ਨਹੀਂ ਹੈ, ਜ਼ੁਲਮ ਨੂੰ ਬਰਦਾਸ਼ਤ ਕਰਨਾ ਜੋ ਹੈ ਉਹ ਉਸ ਤੋਂ ਵੀ ਵੱਡਾ ਗੁਨਾਹ ਹੈ। ਇਸ ਕਰਕੇ ਸਿੱਖ ਚਾਹੇ ਉਹ ਅੰਮ੍ਰਿਤਧਾਰੀ ਹੈ, ਚਾਹੇ ਨੌਨ ਅੰਮ੍ਰਿਤਧਾਰੀ ਹੈ, ਚਾਹੇ ਉਹ ਕੇਸਾਧਾਰੀ ਹੈ, ਚਾਹੇ ਉਹਨੇ ਕੇਸ ਕਟਾਏ ਵੀ ਹੋਏ ਨੇ ਕਿਸੇ ਵਜ੍ਹਾ ਕਰਕੇ, ਲੇਕਿਨ ਉਹਦੇ ਅੰਦਰ ਜਿਹੜਾ ਉਹ ਸੱਚਾਈ ਦਾ ਬੀਜ ਹੈ ਨਾ, ਅੰਕੁਰ ਹੈ ਜਿਹੜਾ, ਉਹ ਕਦੇ ਨਾ ਕਦੇ ਪ੍ਰਫੁੱਲਤ ਹੋ ਹੀ ਜਾਂਦਾ ਹੈ। ਸਾਡੇ ਸਾਹਮਣੇ ਅਨੇਕਾਂ ਐਸੀਆਂ ਉਦਾਹਰਨਾਂ ਨੇ ਜਦੋਂ ਉਹ ਅੰਕੁਰ ਅੰਦਰ ਫੁੱਟਿਆ ਤੇ ਉਹਨਾਂ ਨੇ ਇਤਿਹਾਸ ਬਦਲ ਦਿੱਤੇ, ਉਹਨਾਂ ਨੇ ਤਵਾਰੀਖ ਬਦਲ ਦਿੱਤੀ, ਉਹਨਾਂ ਨੇ ਹਾਲਾਤ ਬਦਲ ਦਿੱਤੇ। ਸੋ ਇਸ ਕਰਕੇ ਇਸ ਮੌਕੇ ਤੇ ਮੈਂ ਤੇ ਇਹੀ ਅਪੀਲ ਕਰਾਂਗਾ ਵੀ ਜਿੰਨੇ ਵੀ ਤੁਸੀਂ ਇੱਥੇ ਆਏ ਹੋ, ਸਿਰਫ ਕਹਿਣ ਤੇ ਸੁਣਨ ਦੇ ਨਾਲ ਬਦਲਾਵ ਨਹੀਂ ਹੁੰਦੇ, ਕਹਿਣ ਤੇ ਸੁਣਨ ਦੇ ਨਾਲ ਬਦਲਾਵ ਨਹੀਂ ਹੁੰਦੇ। ਮੈਂ 2 ਘੰਟੇ ਖੜਾ ਹੋ ਕੇ ਬੋਲੀ ਜਾਵਾਂਗਾ, ਤੁਸੀਂ 2 ਘੰਟੇ ਸਾਹਮਣੇ ਬੈਠੇ ਸੁਣੀ ਜਾਓਗੇ, ਕੋਈ ਬਦਲਾਵ ਨਹੀਂ ਆ ਸਕਦਾ। ਬਦਲਾਵ ਉਦੋਂ ਹੀ ਆਵੇਗਾ ਜਦੋਂ ਅਸੀਂ ਆਪਣੀ ਵਿਚਾਰਧਾਰਾ ਨੂੰ ਪ੍ਰੈਕਟੀਕਲ ਤੌਰ ਤੇ ਸਮਾਜ ਦੇ ਵਿੱਚ ਇੰਪਲੀਮੈਂਟ ਕਰਦੇ ਹਾਂ, ਉਦੋਂ ਸਮਾਜ ਬਦਲਦਾ। ਤੇ ਉਹ ਬਦਲਦਾ ਕਦੋਂ ਹੈ? ਮਨੁੱਖ ਦੇ ਵਿੱਚ ਨਾ ਇੱਕ ਬੜੀ ਖੂਬੀ ਹੈ, ਖੂਬੀ ਕਹਿ ਲਵੋ ਭਾਵੇਂ ਇਹਦੀ ਕਮੀ ਕਹਿ ਲਵੋ। ਵੀ ਜਿਵੇਂ ਸਾਡੇ ਪੁਰਾਣੇ ਤੁਸੀਂ ਸੁਣਦੇ ਹੋਵੋਗੇ, ਉਹ ਕਹਿੰਦੇ ਨਾ ਵੀ ਸਾਡੀ ਜਿਹੜੀ ਡਿਵੈਲਪਮੈਂਟ ਹੈ ਉਹ ਬਾਂਦਰ ਤੋਂ ਹੋਈ ਹੈ। ਸਾਡੇ ਪੂਰਵਜ ਬਾਂਦਰ ਜਿਹਨੂੰ ਅਸੀਂ ਕਹਿੰਦੇ ਹਾਂ, ਹੁਣ ਬਾਂਦਰ ਦਾ ਕੀ ਹੁੰਦਾ ਹੈ, ਤੁਸੀਂ ਜਿਵੇਂ ਬਾਂਦਰ ਦੇ ਸਾਹਮਣੇ ਕਰੋਗੇ ਬਾਂਦਰ ਉਸੇ ਤਰ੍ਹਾਂ ਅੱਗੋਂ ਰਿਐਕਟ ਕਰਦਾ ਹੈ। ਤੁਸੀਂ ਇੱਦਾਂ ਹੱਥ ਹਿਲਾਓਗੇ ਉਹ ਵੀ ਹੱਥ ਹਿਲਾਉਂਦਾ ਹੈ। ਡੁਪਲੀਕੇਸੀ ਇਹਨੂੰ ਆਪਾਂ ਕਹਿ ਸਕਦੇ ਹਾਂ, ਡੁਪਲੀਕੇਸੀ। ਜੋ ਆਗੂ ਕਹਿ ਲਵੋ, ਲੀਡਰ ਕਹਿ ਲਵੋ, ਜੋ ਲੀਡਰ ਦਾ ਜੀਵਨ ਹੈ ਨਾ ਉਹੀ ਉਹਦੇ ਫੋਲੋਅਰਸ ਦਾ ਜੀਵਨ ਬਣਦਾ ਹੈ। ਅੱਜ ਸਾਡਾ ਦੁਖਾਂਤ ਪਤਾ ਕੀ ਹੈ ਵੀ ਅਸੀਂ ਕਹਿਣ ਨੂੰ ਤਾਂ ਬਹੁਤ ਕੁਝ ਕਹਿ ਦਿੰਦੇ ਹਾਂ, ਲੇਕਿਨ ਜਿਵੇਂ ਭੱਟ ਸਾਹਿਬਾਨ ਨੇ ਬਾਣੀ ਵਿੱਚ ਗੱਲ ਕੀਤੀ ਹੈ ਨਾ ਵੀ ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੋ ਨਹੁ ਪਰਚੋ ਲਾਇਓ, ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਪਾਇਓ। ਉਹ ਕਹਿੰਦੇ ਵੀ ਕਹਿਣ ਵਾਲੇ ਤੇ ਬੜੇ ਸੁਣੇ, ਬੜੇ ਦੇਖੇ, ਪਰ ਜਦੋਂ ਅੰਦਰ ਜੀਵਨ ਵਿੱਚ ਝਾਤ ਮਾਰੀ ਨਾ ਤੇ ਉਹ ਆਪਣੀ ਕਥਨੀ ਦੇ ਨੇੜੇ ਤੇੜੇ ਵੀ ਨਹੀਂ ਸਨ, ਕਥਨੀ ਦੇ ਨੇੜੇ ਤੇੜੇ ਵੀ ਨਹੀਂ ਹੁੰਦੇ। ਤੇ ਜਦੋਂ ਤੱਕ ਇੱਕ ਲੀਡਰ, ਇੱਕ ਆਗੂ ਆਪਣੀ ਕਹਿਣੀ ਦੇ ਨੇੜੇ ਤੇੜੇ ਨਾ ਹੋਵੇ ਤੇ ਉਹਦੇ ਮਗਰ ਭੀੜ ਥੋੜਾ ਸਮਾਂ ਤੇ ਖਲੋ ਸਕਦੀ ਹੈ, ਲੌਂਗ ਟਾਈਮ ਨਹੀਂ ਖਲੋ ਸਕਦੀ, ਲੰਮਾ ਸਮਾਂ ਨਹੀਂ ਹੋ ਸਕਦੀ। ਇਸ ਕਰਕੇ ਮੈਂ ਸਮਝਦਾ ਵੀ ਇਸ ਮੋਰਚੇ ਦੇ ਵਿੱਚ ਤੁਸੀਂ ਜਿੰਨੇ ਵੀ ਬੈਠੇ ਹੋ, ਤੁਸੀਂ ਆਪਣੇ ਅੰਦਰ ਇਹ ਨਾ ਦੇਖੋ ਵੀ ਦੀਪ ਸਿੱਧੂ ਅੱਗੇ ਲੱਗੇਗਾ ਤੇ ਅਸੀਂ ਉਹਦੇ ਪਿੱਛੇ ਤੁਰਾਂਗੇ, ਤੁਸੀਂ ਉਹਦੇ ਬਰਾਬਰ ਤੁਰੋ। ਲੀਡਰ ਆਪਣੇ ਆਪ ਦੇ ਅੰਦਰ ਇੱਕ ਅਗਵਾਈ ਪੈਦਾ ਕਰੋ, ਇੱਕ ਸੋਚ ਪੈਦਾ ਕਰੋ। ਜਦੋਂ ਤੁਹਾਡੇ ਅੰਦਰ ਉਹ ਸੋਚ ਪੈਦਾ ਹੋਵੇਗੀ ਨਾ, ਉਹ ਲੀਡਰਸ਼ਿਪ ਪੈਦਾ ਹੋਵੇਗੀ, ਉਹ ਆਗੂ ਪੈਦਾ ਹੋਵੇਗਾ। ਫਿਰ ਅੱਜ ਤੁਸੀਂ ਇੱਥੇ 50 ਹੋ ਤੇ ਤੁਹਾਡੇ ਨਾਲ 500 ਤੇ 500 ਜਦੋਂ ਇਹ ਸੋਚ ਲੈ ਕੇ ਚੱਲੇਗਾ, ਜਿਹਨੂੰ ਮੈਂ ਡੁਪਲੀਕੇਸੀ ਕਿਹਾ ਲੀਡਰ ਦੀ, ਜਿੱਦਾਂ ਇੱਥੇ ਦੀਪ ਸਿੱਧੂ ਨੇ ਕਦਮ ਚੁੱਕਿਆ, ਤੁਹਾਡੇ ਸਾਰਿਆਂ ਦੇ ਵਿੱਚੋਂ ਉਹਦੀ ਜਿਹੜੀ ਵਿਚਾਰਧਾਰਾ ਹੈ ਉਹ ਇੰਪਲੀਮੈਂਟ ਹੋ ਕੇ ਨਜ਼ਰ ਆਉਣੀ ਚਾਹੀਦੀ ਹੈ। ਸਿਰਫ ਸੁਣ ਕੇ ਚਲੇ ਗਏ, ਘੰਟਾ ਬੈਠੇ, 2 ਘੰਟੇ ਬੈਠੇ, ਘਰਾਂ ਨੂੰ ਚਲੇ ਗਏ ਜਾ ਕੇ, ਫਿਰ ਅਗਲੇ ਦਿਨ ਆ ਗਏ ਬੈਠ ਕੇ ਚਲੇ ਗਏ, ਤੇ ਮੈਂ ਸਮਝਦਾ ਵੀ ਇਹਦੇ ਨਾਲ ਕੋਈ ਬਹੁਤ ਵੱਡੀ ਪ੍ਰਾਪਤੀ ਅਸੀਂ ਨਹੀਂ ਕਰ ਸਕਦੇ। ਅਗਵਾਈ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ। ਸਾਡੀਆਂ ਆਉਣ ਵਾਲੀਆਂ ਜ਼ਰੂਰਤਾਂ ਕੀ ਨੇ, ਅਸੀਂ ਕੀ ਚਾਹੁੰਦੇ ਹਾਂ। ਅਕਸਰ ਅਸੀਂ ਦੇਖਦੇ ਹਾਂ ਵੀ ਜਦੋਂ ਵੀ ਕੋਈ ਸੰਘਰਸ਼ ਸ਼ੁਰੂ ਹੁੰਦਾ ਹੈ ਨਾ ਤੇ ਉਹ ਕਈ ਵਾਰੀ ਪ੍ਰਾਪਤੀ ਤੋਂ ਬਿਨਾਂ ਖਤਮ ਹੋ ਜਾਂਦਾ ਹੈ, ਤੇ ਜਿੱਥੇ ਉਹ ਸੰਘਰਸ਼ ਖਤਮ ਹੁੰਦਾ ਹੈ ਉਹਦੇ ਤੋਂ ਇੱਕ ਕਦਮ ਅੱਗੇ ਹੀ ਸਫਲਤਾ ਹੁੰਦੀ ਹੈ। ਸਿਰਫ ਇੱਕ ਕਦਮ, ਵੀ ਇੱਕ ਕਦਮ ਹੋਰ ਲੈਂਦੇ ਤੇ ਉਹ ਮਕਸਦ ਪੂਰਾ ਹੋਣ ਵਾਲਾ ਹੁੰਦਾ, ਪਰ ਉਹ ਇੱਕ ਕਦਮ ਲੈਣ ਤੋਂ ਬਜਾਏ ਬੰਦਾ ਪਿੱਛੇ ਪਰਤ ਜਾਂਦਾ, ਪਿੱਛੇ ਹਟ ਜਾਂਦਾ। ਤਵਾਰੀਖ ਤੁਸੀਂ ਪੜ੍ਹੋ, ਇਤਿਹਾਸ ਤੁਸੀਂ ਪੜ੍ਹੋ, ਜਿੱਥੇ ਸਫਲਤਾ ਮਿਲੀ ਹੈ
ਜਿਹੜੇ ਕਾਮਯਾਬ ਹੋਏ ਨੇ ਸੰਘਰਸ਼ ਉਹ ਕਿਵੇਂ ਕਾਮਯਾਬ ਹੋਏ ਨੇ, ਤੇ ਜਿਹੜੇ ਵਿਫਲ ਹੋਏ ਨੇ ਉਹ ਕਿਵੇਂ ਵਿਫਲ ਹੋਏ ਨੇ, ਉਹਨਾਂ ਵਿੱਚ ਕੀ ਕਮੀਆਂ ਰਹੀਆਂ। ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਮਝਣ ਦਾ ਯਤਨ ਕਰੀਏ। ਇੱਥੇ ਬੈਠ ਕੇ ਆਪਸ ਦੇ ਵਿੱਚ ਵਿਚਾਰ ਕਰੋ ਵੀ ਸਾਡੀ ਆਉਣ ਵਾਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ, ਕਿਉਂਕਿ ਜਿੱਥੇ ਅਸੀਂ ਆਮ ਇਨਸਾਨ ਆਵਾਜ਼ ਆਪਣੀ ਚੁੱਕ ਰਹੇ ਹਾਂ, ਉੱਥੇ ਹਕੂਮਤਾਂ ਦੇ ਕੋਲ ਬਹੁਤ ਵੱਡੇ ਵੱਡੇ ਸੋਰਸ ਨੇ ਤੁਹਾਡੀ ਆਵਾਜ਼ ਨੂੰ ਦਬਾਉਣ ਦੇ ਵਾਸਤੇ, ਤੁਹਾਡੀ ਆਵਾਜ਼ ਨੂੰ ਖਤਮ ਕਰਨ ਦੇ ਵਾਸਤੇ, ਸੰਘਰਸ਼ ਨੂੰ ਖਤਮ ਕਰਨ ਦੇ ਵਾਸਤੇ। ਹਕੂਮਤਾਂ ਦੇ ਕੋਲ ਬਹੁਤ ਵੱਡੀਆਂ ਵੱਡੀਆਂ ਤਾਕਤਾਂ ਹੁੰਦੀਆਂ ਨੇ, ਸੋਰਸ ਹੁੰਦੇ ਨੇ, ਉਹ ਹਰ ਸੋਰਸ ਵਰਤ ਕੇ ਤੇ ਕਿਸੇ ਵੀ ਸੰਘਰਸ਼ ਨੂੰ ਫੇਲ ਕਰ ਸਕਦੀਆਂ ਨੇ, ਕਰਦੀਆਂ ਆਈਆਂ ਨੇ। ਇਸ ਕਰਕੇ ਜਦੋਂ ਵੀ ਅਸੀਂ ਜ਼ਿੰਦਗੀ ਦੇ ਵਿੱਚ ਅਸੀਂ ਫੈਸਲਾ ਕਰਨਾ ਹੈ, ਆਪਣੇ ਆਪ ਦੇ ਨਾਲ ਫੈਸਲਾ ਕਰਨਾ ਹੈ ਕਿ ਮੇਰੇ ਵਾਸਤੇ ਕੀ ਸਹੀ ਹੈ। ਹਮੇਸ਼ਾ ਜ਼ਿੰਦਗੀ ਨੂੰ ਦੋ ਰਸਤਿਆਂ ਤੇ ਨਾ ਤੋਰੋ ਵੀ ਕਦੇ ਇਸ ਪਾਸੇ ਕਦੇ ਇਸ ਪਾਸੇ, ਕਦੇ ਇਸ ਪਾਸੇ 2 ਕਦਮ ਇੱਧਰ ਨੂੰ ਤੁਰ ਲੈ 2 ਕਦਮ ਇੱਧਰ ਨੂੰ ਤੁਰ ਲੈ, ਉਹਦੇ ਨਾਲ ਕਦੇ ਵੀ ਬੰਦਾ ਮੰਜ਼ਿਲ ਤੇ ਨਹੀਂ ਪਹੁੰਚਦਾ। ਮੰਜ਼ਿਲ ਉਸੇ ਨੂੰ ਮਿਲਦੀ ਹੈ ਜਿਹੜਾ ਆਪਣਾ ਨਿਸ਼ਚਾ ਕਰਕੇ, ਨਿਸ਼ਚੈ ਕਰ ਆਪਣੀ ਜੀਤ ਕਰੋ। ਨਿਸ਼ਚੈ ਜਦੋਂ ਹੋਵੇਗਾ ਨਾ, ਨਿਸ਼ਚੈ ਵੀ ਮੈਂ ਮੰਜ਼ਿਲ ਤੇ ਪਹੁੰਚਣਾ, ਇੱਥੋਂ ਬਿਨਾਂ ਮੈਂ ਪਿੱਛੇ ਨਹੀਂ ਹਟਣਾ, ਤੇ ਜਿੱਤ ਉਦੋਂ ਹੀ ਪ੍ਰਾਪਤ ਹੁੰਦੀ ਹੈ। ਜਦੋਂ ਨਿਸ਼ਚੈ ਕਮਜ਼ੋਰ ਹੁੰਦਾ ਉਦੋਂ ਜਿੱਤ ਜਿਹੜੀ ਹੈ ਉਹ ਹਾਰ ਵਿੱਚ ਬਦਲਦਿਆਂ ਟਾਈਮ ਨਹੀਂ ਲੱਗਦਾ। ਸੋ ਮੈਂ ਉਮੀਦ ਕਰਦਾ ਵੀ ਤੁਸੀਂ ਜਿੰਨੇ ਵੀ ਇੱਥੇ ਆਏ ਹੋ, ਬੜੇ ਸੂਝਵਾਨ ਸੱਜਣ ਇੱਥੋਂ ਬੋਲ ਕੇ ਜਾਂਦੇ ਨੇ। ਹਰ ਰੋਜ਼ ਮੈਂ ਤਕਰੀਬਨ ਸਵੇਰ ਤੋਂ ਸ਼ਾਮ ਤੱਕ ਥੋੜਾ ਦੇਖਦਾ ਰਹਿਣਾ, ਜਿੰਨੀ ਵੀ ਮੂਵਮੈਂਟ ਚੱਲ ਰਹੀ ਹੈ। ਅੱਜ ਸਿੰਘ ਜਿਹੜੇ ਉੱਥੇ ਦਿੱਲੀ ਵੀ ਗਏ ਨੇ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ, ਉਹਨਾਂ ਸਿੰਘਾਂ ਦੇ ਨਾਲ ਵੀ ਰਾਤ ਮੇਰੀ ਕਾਫੀ ਚਿਰ ਵਿਚਾਰ ਹੁੰਦੀ ਰਹੀ ਵੀ ਅਗਲੀ ਰਣਨੀਤੀ ਕੀ ਹੈ, ਕਿਉਂਕਿ ਸਰਕਾਰ ਨੂੰ ਤੁਸੀਂ ਚੁਣਿਆ, ਬਹੁਮਤ ਨਾਲ ਚੁਣਿਆ, ਤੇ ਉਸ ਬਹੁਮਤ ਦਾ ਅੱਜ ਸਮਾਜ ਨੂੰ ਜਿਹੜਾ ਉਹ ਖਮਿਆਜਾ ਭੁਗਤਣਾ ਪੈ ਰਿਹਾ। ਸਿਰਫ ਕਿਸਾਨੀ ਦੇ ਮਸਲੇ ਤੇ ਨਹੀਂ, ਹੋਰ ਵੀ ਤੁਸੀਂ ਦੇਖੋ ਕਈ ਤਰ੍ਹਾਂ ਦੇ ਗੁਨਾਹ ਜਿਹੜੇ ਨੇ ਅੱਜ ਸਮਾਜ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ। ਜਿਹੜੀ ਯੂਪੀ ਦੇ ਵਿੱਚ ਜਿਹੜੀ ਉਹ ਨੌਜਵਾਨ ਬੱਚੀ ਦੇ ਨਾਲ, ਇੱਕ ਦਲਿਤ ਬੱਚੀ ਦੇ ਨਾਲ ਜਿਹੜੀ ਘਟਨਾ ਹੋਈ, ਉਹਨੂੰ ਕੀ ਸਵਰੂਪ ਦੇ ਦਿੱਤਾ ਗਿਆ, ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਹੈ। ਉਹਨਾਂ ਦਾ ਘਰ ਦਾ ਇੱਕ ਮੈਂਬਰ ਚਲਾ ਗਿਆ, ਉਹਦੇ ਨਾਲ ਨਾਲ ਉਹਨਾਂ ਨੂੰ ਹਰ ਰੋਜ਼ ਇੱਕ ਵੱਖਰੀ ਪੜਤਾੜਨਾ ਦੇ ਵਿੱਚੋਂ, ਇੱਕ ਦੁੱਖ ਦੇ ਵਿੱਚੋਂ, ਇੱਕ ਤਕਲੀਫ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ। ਸੋ ਸਾਰੇ ਸਮਾਜ ਨੂੰ, ਹਰ ਕਮਿਊਨਿਟੀ ਨੂੰ ਜਿਹਨੂੰ ਦਬਾਇਆ ਜਾ ਰਿਹਾ ਹੈ, ਜਿਹਦੇ ਤੇ ਧੱਕਾ ਹੋ ਰਿਹਾ, ਉਹਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ। ਜਾਤੀ, ਧਰਮ ਇਹ ਵੱਖਰੀਆਂ ਚੀਜ਼ਾਂ ਨੇ, ਇਨਸਾਫ ਇੱਕ ਵੱਖਰਾ ਇਸ਼ੂ ਹੈ। ਧਰਮ ਮੇਰੇ ਵਾਸਤੇ ਹੈ, ਮੈਂ ਕਿਸ ਧਰਮ ਦਾ ਅਨੁਯਾਈ ਹਾਂ ਉਹ ਮੇਰੇ ਵਾਸਤੇ, ਮੈਨੂੰ ਦੇਖ ਕੇ ਕੋਈ ਉਸ ਧਰਮ ਨੂੰ ਅਡੋਪਟ ਕਰਦਾ ਉਹ ਉਹਦੇ ਵਾਸਤੇ ਹੈ। ਕਰਮੀ ਆਪੋ ਆਪਣੇ ਕਰਮ ਨੇ। ਅਗਰ ਮੈਂ ਸੱਚਾਈ ਦੇ ਰਸਤੇ ਤੇ ਚੱਲਦਾ ਤੇ ਉਹਦਾ ਫਲ ਮੈਨੂੰ ਮਿਲੇਗਾ, ਜਿਹੜਾ ਮੈਨੂੰ ਦੇਖ ਕੇ ਮੇਰੇ ਮਗਰ ਤੁਰੇਗਾ ਉਹਨੂੰ ਉਹਦਾ ਮਿਲੇਗਾ। ਲੇਕਿਨ ਮੈਂ ਆਪਣੀ ਕੱਟਰਤਾ ਨੂੰ, ਆਪਣੀ ਵਿਚਾਰ ਨੂੰ ਤੁਹਾਨੂੰ ਸ਼ੇਅਰ ਕਰ ਸਕਦਾ, ਦੱਸ ਸਕਦਾ, ਥੋਪ ਨਹੀਂ ਸਕਦਾ। ਲੇਕਿਨ ਅਸੀਂ ਜ਼ਿਆਦਾਤਰ ਆਪਣੀ ਸੋਚ ਨੂੰ ਆਪਣੇ ਸਾਹਮਣੇ ਵਾਲੇ ਤੇ ਥੋਪਣ ਦਾ ਯਤਨ ਕਰਦੇ ਹਾਂ। ਉਸ ਥੋਪਣ ਦੇ ਚੱਕਰ ਦੇ ਵਿੱਚ ਫਿਰ ਸਾਡਾ ਜਿਹੜਾ ਦਾਇਰਾ ਹੈ ਉਹ ਬਹੁਤ ਛੋਟਾ ਹੋ ਜਾਂਦਾ। ਸਾਡਾ ਸਮਾਜ ਜਿਹੜਾ ਜਾਤ ਪਾਤ ਦੇ ਵਿੱਚ, ਹੋਰ ਕਈ ਤਰ੍ਹਾਂ ਦੀਆਂ ਵਿਤਕਰਿਆਂ ਦੇ ਵਿੱਚ ਅਸੀਂ ਉਹਨੂੰ ਵੰਡ ਦਿੱਤਾ, ਤੇ ਇਸੇ ਚੀਜ਼ ਦਾ ਫਾਇਦਾ ਜਿਹੜਾ ਹੈ ਉਹ ਹਕੂਮਤ ਨੂੰ ਹਮੇਸ਼ਾ ਹੁੰਦਾ ਹੈ। ਚਾਹੇ ਉਹ ਮੁਗਲ ਹਕੂਮਤ ਰਹੀ ਹੋਵੇ, ਚਾਹੇ ਉਹ ਬ੍ਰਿਟਿਸ਼ ਹਕੂਮਤ ਰਹੀ ਹੋਵੇ। ਬ੍ਰਿਟਿਸ਼ ਦਾ ਤੇ ਖਾਸ ਕਰ ਇਹ ਮਤਲਬ ਸਲੋਗਨ ਤੁਸੀਂ ਪੜ੍ਹਦੇ ਹੋ, ਡਿਵਾਈਡ ਐਂਡ ਰੂਲ। ਜਦੋਂ ਤੱਕ ਕਮਿਊਨਿਟੀ, ਸਮਾਜ ਡਿਵਾਈਡ ਹੈ, ਉਦੋਂ ਤੱਕ ਰੂਲ ਦਾ ਮਤਲਬ ਹੁੰਦਾ ਰਾਜ ਕਰਨਾ, ਦਮਨ ਕਰਨਾ। ਠੀਕ ਹੈ ਨਾ। ਜਿਹੜਾ ਸ਼ਾਸਕ ਹੁੰਦਾ ਤੇ ਜਿਹੜਾ ਇੱਕ ਲੀਡਰ ਹੁੰਦਾ, ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸ਼ਾਸਕ ਜਿਹੜਾ ਉਹ ਰੂਲ ਕਰਦਾ ਹੈ, ਆਗੂ ਜਿਹੜਾ ਉਹ ਲੀਡ ਕਰਦਾ ਹੈ, ਉਹ ਸਮਾਜ ਨੂੰ ਨਾਲ ਲੈ ਕੇ ਚੱਲਦਾ ਹੈ, ਅਗਵਾਈ ਕਰਦਾ ਹੈ। ਹਰ ਬੰਦੇ ਨੂੰ, ਹਰ ਬੰਦੇ ਦੀ ਤਕਲੀਫ ਦੀ ਉੱਥੇ ਸੁਣਵਾਈ ਹੁੰਦੀ ਹੈ, ਹਰ ਬੰਦੇ ਦਾ ਦੁੱਖ ਤਕਲੀਫ ਆਗੂ ਸੁਣਦਾ ਹੈ, ਇੱਕ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ। ਸੋ ਸਾਨੂੰ ਸ਼ਾਸਕ ਦੀ ਲੋੜ ਨਹੀਂ, ਸਾਨੂੰ ਆਗੂ ਦੀ ਜ਼ਰੂਰਤ ਹੈ। ਜਦੋਂ ਮੌਕਾ ਮਿਲੇ ਤੇ ਆਪਣੇ ਵਿਵੇਕ ਤੋਂ ਕੰਮ ਲੈ ਕੇ ਤੁਸੀਂ ਆਗੂ ਚੁਣੋ, ਲੀਡਰ ਨਾ ਚੁਣੋ, ਸ਼ਾਸਕ ਨਾ ਚੁਣੋ। ਅਸੀਂ ਸ਼ਾਸਕ, ਕਿਉਂਕਿ ਬਹੁਤ ਲੰਮਾ ਸਮਾਂ ਇਹ ਭਾਰਤ ਜਿਹੜਾ ਹੈ ਗੁਲਾਮ ਰਿਹਾ ਹੈ। ਇੱਥੋਂ ਦੀ ਮਾਨਸਿਕਤਾ ਦੇ ਵਿੱਚ ਗੁਲਾਮੀ ਜਿਹੜੀ ਹੈ ਉਹ ਜੇ ਨਿਕਲ ਨਹੀਂ ਪਾਈ, ਅਜੇ ਨਿਕਲ ਨਹੀਂ ਸਕੀ। ਸੋ ਸਾਨੂੰ ਕੋਸ਼ਿਸ਼ ਕਰਨਾ ਚਾਹੀਦਾ, ਗੁਰੂ ਸਾਹਿਬ ਕਿਰਪਾ ਕਰਨ, ਦੀਪ ਸਿੱਧੂ ਵਰਗੀਆਂ ਰੂਹਾਂ ਦੇ ਉੱਤੇ
ਮਿਹਰਾਂ ਦਾ ਹੱਥ ਰੱਖਣ, ਬਲ ਬਖਸ਼ਣ। ਜਿੰਨੇ ਵੀ ਤੁਸੀਂ ਆਏ ਹੋ, ਤੁਹਾਡੇ ਸਾਰਿਆਂ ਦੇ ਅੰਦਰ ਸੱਚਾਈ ਦਾ, ਨਿਆਂ ਦਾ, ਇਨਸਾਫ ਦਾ ਇੱਕ ਅੰਕੁਰ ਹੈ, ਤੇ ਸਤਿਗੁਰੂ ਕਿਰਪਾ ਕਰਨ ਉਹ ਪੇੜ ਬਣੇ, ਉਹਦੇ ਨਾਲ ਹੋਰ ਸ਼ਾਖਾਵਾਂ ਜੁੜਨ, ਤੇ ਸਮਾਜ ਦੇ ਵਿੱਚੋਂ ਇਹ ਜਿਹੜੀ ਬੇਇਨਸਾਫੀ ਹੈ, ਜਿਹੜਾ ਧੱਕਾ ਹੈ, ਅਤਿਆਚਾਰ ਹੈ, ਜ਼ੁਲਮ ਹੈ, ਇਹਨੂੰ ਠੱਲ ਪੈ ਸਕੇ। ਇਸੇ ਵਾਸਤੇ ਤੁਸੀਂ ਸਾਰੇ ਇੱਥੇ ਬੈਠੇ ਹੋ, ਇਸੇ ਵਾਸਤੇ ਮੈਂ ਵੀ ਤੁਹਾਡੇ ਵਿੱਚ ਆਪਣੀ ਹਾਜ਼ਰੀ ਲਵਾਉਣ ਆਇਆ। ਤੇ ਅਰਦਾਸ ਹੈ, ਕਿਉਂਕਿ ਸਭ ਤੋਂ ਸੁਪਰੀਮ ਪਾਵਰ ਪਰਮੇਸ਼ਵਰ ਹੈ, ਬਾਕੀ ਤੇ ਸਭ ਅਸੀਂ ਕਠਪੁਤਲੀਆਂ ਹਾਂ। ਸ਼ਾਸਕ ਵੱਡੇ ਵੱਡੇ ਹੋ ਕੇ ਚਲੇ ਗਏ ਨੇ, ਘਬਰਾਉਣ ਦੀ ਲੋੜ ਨਹੀਂ। ਜਦੋਂ ਇੱਥੇ ਔਰੰਗਜ਼ੇਬ ਵਰਗੇ ਸ਼ਾਸਕਾਂ ਦਾ, ਹਿਟਲਰ ਵਰਗੇ ਸ਼ਾਸਕਾਂ ਦਾ ਰਾਜ ਹੋਵੇਗਾ ਨਾ, ਤੇ ਉਸ ਸਮੇਂ ਕਿਸੇ ਨੇ ਸੋਚਿਆ ਨਹੀਂ ਹੋਣਾ ਵੀ ਆਹ ਦਿਨ ਵੀ ਆਉਣਗੇ। ਜੇ ਉਹ ਨਹੀਂ ਰਹੇ ਤੇ ਇਹ ਵੀ ਨਹੀਂ ਰਹਿਣਗੇ। ਨਾ ਉਹ ਦਿਨ ਰਹੇ ਨੇ, ਨਾ ਇਹ ਦਿਨ ਰਹਿਣਗੇ। ਪਰ ਇੱਕ ਗੱਲ ਯਾਦ ਰੱਖਿਓ ਵੀ ਆਉਣ ਵਾਲਾ ਇਤਿਹਾਸ ਇਹ ਜ਼ਰੂਰ ਗੱਲ ਕਹੇਗਾ ਵੀ ਜਿਵੇਂ ਆਪਾਂ ਉਹ ਚਿੜੀ ਦੀ ਸਾਖੀ ਸੁਣਦੇ ਆ ਨਾ, ਕਹਾਣੀ ਸੁਣਦੇ ਆ ਵੀ ਜੰਗਲ ਨੂੰ ਅੱਗ ਲੱਗੀ ਸੀ ਤੇ ਸਾਰੇ ਜਾਨਵਰ ਬਾਹਰ ਨੂੰ ਭੱਜ ਰਹੇ ਸੀ, ਤੇ ਚਿੜੀ ਅੰਦਰ ਨੂੰ ਉਹ ਚੁੰਝ ਭਰਦੀ ਸੀ ਤੇ ਜੰਗਲ ਵੱਲ ਨੂੰ ਆਉਂਦੀ ਸੀ, ਤੇ ਉਹਨੇ ਕਿਹਾ ਵੀ ਮੂਰਖ ਹੈ। ਸਾਰੇ ਵੱਡੇ ਵੱਡੇ ਹਾਥੀ ਵਰਗੇ ਜਾਨਵਰ ਜਿਹੜੇ ਆਪਣੀ ਸੁੰਡ ਦੇ ਵਿੱਚ 10-20 ਲੀਟਰ ਪਾਣੀ ਭਰ ਲੈਂਦੇ ਨੇ, ਉਹ ਤੇ ਡਰਦੇ ਭੱਜ ਰਹੇ ਨੇ ਅੱਗ ਤੋਂ, ਤੇ ਤੇਰੀ ਇੱਕ ਬੂੰਦ ਚੁੰਝ ਦੇ ਨਾਲ, ਪਾਣੀ ਨਾਲ ਕੀ ਹੋਵੇਗਾ। ਉਹਨੇ ਆਖਿਆ ਫਰਕ ਇਸ ਗੱਲ ਨਾਲ ਨਹੀਂ ਪੈਣਾ ਵੀ ਮੇਰੇ ਪਾਣੀ ਦੇ ਨਾਲ ਅੱਗ ਬੁਝੇਗੀ ਕਿ ਨਹੀਂ, ਲੇਕਿਨ ਜਦੋਂ ਇਤਿਹਾਸ ਲਿਖਿਆ ਜਾਏਗਾ ਨਾ, ਉਦੋਂ ਇਹ ਗੱਲ ਜ਼ਰੂਰ ਕਹੀ ਜਾਏਗੀ ਸੀ ਵੀ ਉਦੋਂ ਮੈਂ ਭੱਜਣ ਵਾਲਿਆਂ ਵਿੱਚ ਨਹੀਂ ਸੀ, ਮੈਂ ਅੱਗ ਬੁਝਾਉਣ ਵਾਲਿਆਂ ਵਿੱਚ ਸੀ। ਸੋ ਜਦੋਂ ਆਉਣ ਵਾਲੀਆਂ ਪੀੜ੍ਹੀਆਂ, ਸਾਡੀਆਂ ਤੁਹਾਡੀਆਂ ਕੁਲਾਂ ਜਦੋਂ ਗੱਲ ਕਰਨਗੀਆਂ, ਤਾਂ ਇਹ ਗੱਲ ਕਹਿਣਗੇ ਵੀ ਸਾਡੇ ਵੱਡੇ ਵਡੇਰੇ ਅੱਗ ਬੁਝਾਉਣ ਵਾਲਿਆਂ ਵਿੱਚ ਸੀ, ਛੱਡ ਕੇ ਲੱਗੀ ਹੋਈ ਅੱਗ ਨੂੰ ਭੱਜਣ ਵਾਲਿਆਂ ਵਿੱਚ ਨਹੀਂ ਸੀ। ਇੱਥੇ ਮੈਂ ਆਪਣੀਆਂ ਵਿਚਾਰਾਂ ਨੂੰ ਵਿਸ਼ਰਾਮ ਦੇਣਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।